ਜਿਨ੍ਹਾਂ ਦੇ ਪਸੀਨੇ ਵਿੱਚੋਂ ਅੰਨ ਉਗਦਾ, ਮਿਹਨਤ ਤੋਂ ਕਦੇ ਨਾ ਮੂੰਹ ਮੋੜਦੇ, ਰੱਖ ਕੇ ਬੁਲੰਦ ਹੌਸਲਾ, ਹਰ ਮੁਸੀਬਤ ਨੂੰ ਚੱਲ ਕਦੇ ਨਾ ਡੋਲਦੇ, ਉਹ ਨੇ ਸਾਡੇ ਕਿਸਾਨ। ਜਿਨ੍ਹਾਂ ਦੇ ਸਵਾਲਾਂ ਨਾਲ ਜੁੜਿਆ ਉਸ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ PTC ਨਿਊਜ਼ ਦਾ ਖਾਸ ਉਪਰਾਲਾ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2, ਜਿਸ ਦੇ ਪੇਸ਼ਕਰਤਾ ਨੇ ਸੋਨਾਲੀਕਾ ਸਿਕੰਦਰ ਅਤੇ ਐਸੋਸੀਏਟ ਸਪਾਂਸਰ ਨੇ ESS ਗਲੋਬਲ। ਲੈ ਹਾਜ਼ਰ ਹਾਂ ਮੈਂ, ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 9315929699। ਇਸ ਉੱਤੇ ਤੁਸੀਂ ਮਿਸਡ ਕਾਲ ਕਰਦੇ ਹੋ ਜਾਂ WhatsApp ਕਰਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਅੱਜ ਦਾ ਵਿਸ਼ਾ ਸਬਜ਼ੀਆਂ ਦੀ ਕਾਸ਼ਤ ਨਾਲ ਜੁੜਿਆ ਹੈ ਤੇ ਇਸ ਬਾਰੇ ਗੱਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਾਡੇ ਨਾਲ ਨੇ ਡਾਕਟਰ ਬੂਟਾ ਸਿੰਘ ਰੋਮਾਨਾ ਸਾਹਿਬ। ਡਾਕਟਰ ਸਾਹਿਬ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਅੱਗੇ ਸਰਦ ਰੁੱਤ ਜਿਹੜੀ ਆ ਉਹ ਆਉਣ ਵਾਲੀ ਹੈ, ਠੀਕ ਹੈ ਜੀ, ਤੇ ਉਸ ਦੇ ਮੁਤਲਕ ਕਿਹੜੀ ਸਬਜ਼ੀਆਂ ਨੇ ਜਿਸ ਦੀ ਕਾਸ਼ਤ ਕੀਤੀ ਜਾ ਸਕਦੀ ਤੇ ਉਸ ਦਾ ਢੰਗ ਤਰੀਕਾ ਜਿਹੜਾ ਉਹ ਕੀ ਹੈ? ਸਰਦੀਆਂ ਦੀਆਂ ਸਬਜ਼ੀਆਂ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਮਹੱਤਵਪੂਰਨ ਸਬਜ਼ੀ ਆ ਉਹ ਹੈ ਜੀ ਆਲੂ। ਆਲੂ ਤੋਂ ਬਾਅਦ 'ਚ ਮਟਰ, ਗਾਜਰ, ਫੁੱਲ ਗੋਭੀ, ਪੱਤ ਗੋਭੀ, ਮੂਲੀ, ਸ਼ਲਗਮ, ਪੱਤੇ ਵਾਲੀਆਂ ਸਬਜ਼ੀਆਂ ਦੇ ਵਿੱਚ ਧਨੀਆ, ਪਾਲਕ, ਮੇਥੀ, ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਇਹ ਸਰਦੀਆਂ ਦੇ ਵਿੱਚ ਹੀ ਉਗਾਈਆਂ ਜਾਂਦੀਆਂ ਨੇ। ਅਤੇ ਇਹ ਜਿਹੜੀਆਂ ਸਬਜ਼ੀਆਂ ਨੇ ਇਹ ਸਾਡੇ ਵਾਸਤੇ ਅਤੇ ਸਾਡੇ ਜਿਹੜੇ ਖਾਣ ਵਾਲੇ ਵੀਰ ਨੇ, ਖਾਸ ਕਰਕੇ ਸ਼ਹਿਰੀ, ਉਹਨਾਂ ਵਾਸਤੇ ਇਹ ਬਹੁਤ ਵੱਡਾ ਤੋਹਫਾ ਹੈ ਜੀ। ਜਿੱਥੋਂ ਤੱਕ ਕਾਸ਼ਤ ਦਾ ਸਵਾਲ ਹੈ, ਉਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਪਵੇਗਾ ਵੀ ਕਿਹੜੀ ਸਬਜ਼ੀ ਅਸੀਂ ਬੀਜਣੀ ਹੈ, ਉਹਦੀ ਕਿਹੜੀ ਵੈਰਾਈਟੀ ਲੈਣੀ ਹੈ। ਕਿਉਂਕਿ ਸਬਜ਼ੀਆਂ ਦੇ ਵਿੱਚ, ਸਬਜ਼ੀਆਂ ਦੀ ਕਾਸ਼ਤ ਦੇ ਵਿੱਚ ਜਿਹੜੀ ਸਫਲਤਾ ਹੈ ਉਹ ਜ਼ਿਆਦਾਤਰ ਤੌਰ 'ਤੇ ਇਹਦੀ ਕਿਸਮ 'ਤੇ ਨਿਰਭਰ ਕਰਦੀ ਹੈ। ਜਿਵੇਂ ਕਹਿ ਦਈਏ ਵੀ ਆਪਾਂ ਮਕਾਨ ਸ਼ੁਰੂ ਕਰਨਾ ਹੈ ਅਤੇ ਮਕਾਨ ਉਹਦੇ ਵਿੱਚ ਸਾਨੂੰ ਕਿਹੜੀ ਚੀਜ਼ ਦਾ ਖਿਆਲ ਰੱਖਣਾ ਪਊਗਾ। ਅਸੀਂ ਕਹਾਂਗੇ ਉਹਦੀ ਜਿਹੜੀ ਥੱਲੇ ਵਾਲੀ ਨੀਂਹ ਹੈ ਉਹ ਪੂਰੀ ਮਜ਼ਬੂਤ ਹੋਵੇ। ਇਸੇ ਤਰ੍ਹਾਂ ਹੀ ਸਬਜ਼ੀਆਂ ਦੇ ਵਿੱਚ ਵੀ ਜਦੋਂ ਅਸੀਂ ਸ਼ੁਰੂ ਕਰਨਾ ਕੰਮ, ਅਤੇ ਜੇ ਸਾਨੂੰ ਸੀਡ, ਸਾਡਾ ਜਿਹੜਾ ਬੀਜ ਨੇ, ਚਾਹੇ ਉਹ ਪਨੀਰੀ ਦੇ ਰੂਪ 'ਚ ਹੈ, ਚਾਹੇ ਬੀਜ ਹੈ, ਜੇਕਰ ਉਹ ਸਾਡੇ ਕੋਲ ਪਿਓਰ ਹੈ, ਸ਼ੁੱਧ ਹੈਗਾ, ਵਧੀਆ ਸੋਮੇ ਤੋਂ ਖਰੀਦਿਆ ਹੋਇਆ, ਤਾਂ ਫਿਰ ਹੀ ਸਾਡੀ ਸਬਜ਼ੀ ਦੀ ਜਿਹੜੀ ਕਾਸ਼ਤ ਹੈ ਸਫਲਤਾਪੂਰਵਕ ਹੋ ਜਾਂਦੀ, ਅਸੀਂ ਵੱਧ ਝਾੜ ਲੈ ਸਕਦੇ ਹਾਂ। ਜਿੱਥੋਂ ਤੱਕ ਕਾਸ਼ਤ ਦਾ ਸਵਾਲ ਹੈ, ਇਹ ਸਬਜ਼ੀ 'ਤੇ ਨਿਰਭਰ ਕਰਦਾ ਵੀ ਕਿਸ ਤਰ੍ਹਾਂ ਦੀ ਸਬਜ਼ੀ ਹੈ, ਉਹਦੇ ਨਾਲ ਮਿੱਟੀ ਦੀ ਚੋਣ। ਖਾਸ ਕਰਕੇ ਸਬਜ਼ੀਆਂ ਦੇ ਵਿੱਚ ਹਮੇਸ਼ਾ ਹੀ ਇਹ ਦੇਖਿਆ ਗਿਆ ਵੀ ਇਹ ਥੋੜ੍ਹੇ ਜਿਹੇ ਰੇਸਲੀ ਮੈਰਾ ਜ਼ਮੀਨ ਹੋਵੇ, ਠੀਕ ਆ, ਪਾਣੀ ਦੀ ਨਿਕਾਸੀ ਵਧੀਆ ਹੋਵੇ ਉੱਥੇ, ਅਤੇ ਉੱਥੇ ਕੋਈ ਇੱਦਾਂ ਨਾ ਹੋਵੇ ਵੀ ਇਹੋ ਜਿਹਾ ਖੇਤ ਨਾ ਚੁਣੀਏ ਵੀ ਜਿੱਥੋਂ ਬਾਹਰੋਂ ਪਾਣੀ ਆ ਕੇ ਉਸ ਖੇਤ ਦੇ ਵਿੱਚ ਜਮ੍ਹਾਂ ਹੋ ਜੇ, ਅਤੇ ਉਹਦੀ ਖੇਤ ਦੀ ਜਿਹੜੀ pH ਹੈ, ਜਿਹਨੂੰ ਅਸੀਂ ਖਾਰੀਪਣ ਕਹਿੰਦੇ ਹਾਂ ਜਾਂ ਤੇਜ਼ਾਬੀਪਣ ਕਹਿੰਦੇ ਹਾਂ, ਉਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਜਿਹੜੀ ਸਬਜ਼ੀਆਂ ਦੀ ਚੋਣ ਕਰਕੇ ਅਸੀਂ ਫਿਰ ਇਹਨਾਂ ਦੀ ਜਿਹੜੀ ਖੇਤੀ ਆ ਅਸੀਂ ਫਿਰ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਾਲ ਦੇ ਜ਼ਰੀਏ, ਵੀਡੀਓ ਦੇ ਜ਼ਰੀਏ ਕਿਸਾਨਾਂ ਨਾਲ ਜੁੜਦੇ ਹਾਂ ਅਤੇ ਉਹਨਾਂ ਦੇ ਸਵਾਲ ਜਿਹੜੇ ਉਹ ਜਾਣਦੇ ਹਾਂ। ਅਤੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਜੀਤ ਸਿੰਘ ਜੀ, ਮੈਂ ਹੁਸ਼ਿਆਰਪੁਰ ਤੋਂ ਬੋਲ ਰਿਹਾ ਜੀ। ਹਾਂਜੀ, ਆਪਣਾ ਸਵਾਲ ਪੁੱਛੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ ਜੀ। ਹਾਂਜੀ, ਇੱਕ ਤਾਂ ਇਹ ਹੈ ਕਿ ਆਲੂ ਜਿਹੜੇ ਆ ਅਸੀਂ ਲਾਉਂਦੇ ਆ, ਹਾਂਜੀ, ਉਹਨਾਂ ਨੂੰ ਖਾਦ ਦਾ ਕਿੰਨੀ ਪਾਉਣੀ ਚਾਹੀਦੀ ਹੈ ਜੀ? ਡਾਕਟਰ ਤੁਹਾਡਾ ਹੁਸ਼ਿਆਰਪੁਰ ਦਾ ਏਰੀਆ, ਅਤੇ ਇਹ ਬਹੁਤ ਹੀ ਜ਼ਿਆਦਾ ਆਲੂ ਦਾ ਏਰੀਆ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਹੁੰਦਾ, ਖਾਸ ਕਰਕੇ ਅਗੇਤਾ ਆਲੂ ਤੁਹਾਡੇ ਬਹੁਤ ਹੁੰਦਾ ਜੀ। ਕਿਉਂਕਿ ਆਲੂ ਦੇ ਵਿੱਚ ਸਟਾਰਚ ਬਹੁਤ ਹੁੰਦੀ ਹੈ। ਇਹਦੇ ਵਾਸਤੇ ਜਿਹੜੀ ਖੁਰਾਕ ਹੈ ਉਹ ਵੀ ਸਾਨੂੰ ਕਾਫੀ ਤਾਦਾਦ ਦੇ ਵਿੱਚ ਦੇਣੀ ਪੈਂਦੀ ਹੈਗੀ ਹੈ। ਬਿਹਤਰ ਇਹੀ ਹੈ ਵੀ ਆਲੂ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਤੁਸੀਂ ਤਕਰੀਬਨ 20 ਟਨ ਆ ਜਿਹੜੀ ਉਹ ਗਲੀ ਹੋਈ ਰੂੜੀ ਪਾਓ ਜੀ। ਉਸ ਤੋਂ ਬਾਅਦ ਜਿਹੜੀ ਕਿਉਂਕਿ ਆਲੂ ਪੋਟਾਸ਼ ਬਹੁਤ ਜ਼ਿਆਦਾ ਲੈਂਦੇ ਨੇ, ਕਿਉਂਕਿ ਸਟਾਰਚ ਨੂੰ ਬਣਾਉਣ ਵਾਸਤੇ ਪੋਟਾਸ਼ ਦੀ ਬੜੀ ਲੋੜ ਹੁੰਦੀ ਹੈ। ਸੋ ਉਹਦੇ ਵਾਸਤੇ ਤੁਸੀਂ ਤਕਰੀਬਨ 55 ਕਿਲੋ ਪੋਟਾਸ਼ ਜੀ, ਅਤੇ 155 ਕਿਲੋ ਯੂਰੀਆ, ਅਤੇ ਤਕਰੀਬਨ 3 ਗੱਟੇ ਸੁਪਰ ਦੇ ਤੁਹਾਡੇ ਵਾਸਤੇ ਇਹ ਬਹੁਤ ਹੋਣਗੇ ਜੀ। ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਸਵਾਲ ਦੇ ਲਈ। ਅਤੇ ਡਾਕਟਰ ਸਾਹਿਬ, ਹੁਣ ਵੀਡੀਓ ਦੇ ਜ਼ਰੀਏ ਸਾਡੇ ਨਾਲ ਇੱਕ ਕਿਸਾਨ ਨੇ, ਉਹ ਜੁੜ ਰਹੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਅਤੇ ਸਬਜ਼ੀ ਅਸੀਂ ਜਿਹੜੀ ਹੈ ਉਹ 'ਤੇ ਬੜੀ ਮਿਹਨਤ ਕਰਦੇ ਹਾਂ, ਕੋਈ ਯੂਰੀਆ ਨਹੀਂ ਪਾਉਂਦੇ। ਸਾਡੇ ਕੋਲ ਆਪਦੀਆਂ ਮੱਝਾਂ ਰੱਖੀਆਂ ਹੋਈਆਂ ਨੇ, ਗੋਹਾ ਖਾਦ ਪਾਉਣੇ ਹੈ, ਪਰ ਫਿਰ ਵੀ ਜਿਹੜੀ ਸਬਜ਼ੀ ਹੈ ਉਸ ਨੂੰ ਜ਼ਹਿਰਾਂ ਦਾ ਬੜਾ ਇਸਤੇਮਾਲ ਰਹਿੰਦਾ। ਹੁਣ ਵੀ ਜ਼ਿਆਦਾ ਵੱਡਾ ਮੀਂਹ ਪੈ ਗਿਆ ਸੀ ਅਤੇ ਤੋਰੀਆਂ ਸਾਡੀਆਂ ਇਕੱਲੀਆਂ ਰਹਿ ਗਈਆਂ, ਕੱਦੂ ਸੀਗੇ, ਭਿੰਡੀ ਸੀ, ਮਿਰਚਾਂ ਸੀ, ਇਹ ਮੀਂਹ ਨੇ ਖਰਾਬ ਕਰਤੀਆਂ। ਅਤੇ ਹੁਣ ਜਿਹੜੇ ਮਿਰਚਾਂ ਨੂੰ ਹੈ ਉਹ ਮੁਰਮੁਰੀ ਜਿਹੀ ਲੱਗ ਗਈ, ਸੋ ਜਮਾਂ ਸੁੱਕ ਗਈਆਂ। ਇਸ ਕਰਕੇ ਵੀ ਸਾਨੂੰ ਜਿਹੜੇ ਸਬਜ਼ੀ ਹੈ ਉਹ ਬੜੀ ਮਿਹਨਤ ਨਾਲ ਕਰਦੇ ਹਾਂ, ਪਰ ਫਿਰ ਵੀ ਕੋਈ ਲਾਗਤ ਨਾ ਮਿਲਣ ਦੇ ਕਾਰਨ ਘੱਟ ਹੀ ਰਹਿੰਦਾ ਹੈ। ਸੋ ਇਹਨਾਂ ਦਾ ਚਲੋ ਦੇਖੋ ਜੀ, ਬੜੀ ਮਿਹਨਤ ਨਾਲ ਕਿਸਾਨ ਜਿਹੜਾ ਸਬਜ਼ੀ ਪੈਦਾ ਕਰਦਾ, ਕਿਉਂਕਿ ਜਿਹੜੀ ਸਬਜ਼ੀ ਦੀ ਖੇਤੀ ਹੈ ਜੀ ਇਹ ਕਣਕ ਝੋਨੇ ਨੂੰ ਹਟ ਕੇ ਹੈ।
ਇਹ ਕਣਕ ਝੋਨੇ ਦੇ ਵਿੱਚ ਕਣਕ ਬੀਜਤੀ, ਝੋਨਾ ਲਾਤਾ, ਠੀਕ ਆ ਜੀ, ਨੌਕਰ ਨੇ ਖਾਦ ਪਾਤੀ, ਪਾਣੀ ਲਾਤਾ, ਚਲੋ ਜੀ। ਪਰ ਲੇਕਿਨ ਸਬਜ਼ੀਆਂ ਦੇ ਵਿੱਚ ਇਦਾਂ ਨਹੀਂ ਹੁੰਦਾ। ਸਬਜ਼ੀਆਂ ਦੇ ਵਿੱਚ ਸਾਨੂੰ ਬੜਾ ਖਿਆਲ ਰੱਖਣਾ ਪੈਂਦਾ, ਹਰ ਰੋਜ਼ ਉਹਨਾਂ ਦਾ ਜਿਹੜੀ ਉਹਦੀ ਨਿਗਰਾਨੀ ਰੱਖਣੀ ਪੈਂਦੀ ਹੈ, ਕਿਉਂਕਿ ਸਬਜ਼ੀਆਂ ਜਿਹੜੀਆਂ ਉਹ ਬਹੁਤਾ ਪਾਣੀ ਨਹੀਂ ਸਹਾਰਦੀਆਂ। ਇਹਨਾਂ ਨੂੰ ਸੋਕਾ ਵੀ ਜ਼ਿਆਦਾ ਖਰਾਬ ਕਰਦਾ ਅਤੇ ਡੋਬਾ ਵੀ ਜ਼ਿਆਦਾ ਖਰਾਬ ਕਰਦਾ। ਸਭ ਤੋਂ ਪਹਿਲਾਂ ਤਾਂ ਜਦੋਂ ਕਿਸਾਨ ਨੇ ਸਬਜ਼ੀਆਂ ਦੀ ਵਿਉਂਤਬੰਦੀ ਕਰਨੀ ਹੈ, ਉਦੋਂ ਫਾਰਮਰ ਨੂੰ ਕਿਸਾਨ ਨੂੰ ਇੱਕ ਚੀਜ਼ ਦਾ ਬਿਲਕੁਲ ਖਿਆਲ ਰੱਖਣਾ ਚਾਹੀਦਾ ਵੀ ਜ਼ਮੀਨ ਦੀ ਬਣਤਰ ਕਿਹੋ ਜਿਹੀ ਹੈ, ਕਿਉਂਕਿ ਸਬਜ਼ੀਆਂ ਦੀਆਂ ਜੜ੍ਹਾਂ ਦੇ ਵਿੱਚ ਜਾਂ ਸਬਜ਼ੀਆਂ ਦੇ ਵਿੱਚ ਜ਼ਿਆਦਾ ਲੰਬਾ ਸਮਾਂ ਚਿਰ ਪਾਣੀ ਨਹੀਂ ਖੜਨਾ ਚਾਹੀਦਾ। ਸੋ ਸਾਨੂੰ ਜਿਹੜੀ ਜ਼ਮੀਨ ਹੈ ਉਹ ਰੇਸਨੀ ਮੈਰਾ ਚਾਹੀਦੀ ਹੈ। ਨੰਬਰ 2, ਜੇ ਤੁਹਾਡਾ ਉਹ ਖੇਤ ਆ ਜਿੱਥੇ ਬਾਹਰੋਂ ਆ ਕੇ ਪਾਣੀ ਕਿਸੇ ਗੁਆਂਢੀ ਖੇਤ ਦਾ ਆ ਜਾਂਦਾ, ਚਾਹੇ ਮੀਂਹ ਦਾ ਪਾਣੀ ਇਕੱਠਾ ਹੋ ਕੇ ਆ ਜਾਂਦਾ, ਉੱਥੇ ਪਾਣੀ ਖੜ੍ਹ ਗਿਆ, ਖਾਸ ਕਰਕੇ ਜੇ ਮਿਰਚ ਹੋਈ, ਸ਼ਿਮਲਾ ਮਿਰਚ ਹੋਈ, ਬੈਂਗਣ ਹੋਏ, ਇਹਨਾਂ ਦੇ ਵਿੱਚ ਜੇ ਕਿਤੇ ਦਿਨ ਰਾਤ ਜਾਂ 2 ਰਾਤਾਂ ਪਾਣੀ ਖੜ੍ਹ ਗਿਆ ਤਾਂ ਕਿਉਂਕਿ ਇਹਨਾਂ ਦੀਆਂ ਜੜ੍ਹਾਂ ਦੇ ਵਿੱਚੋਂ ਇਹਨਾਂ ਨੇ ਆਕਸੀਜਨ ਖਤਮ ਹੋ ਜਾਣੀ ਹੈ ਅਤੇ ਇਹਨਾਂ ਨੇ ਸਾਹ ਲੈਣਾ ਬੰਦ ਕਰ ਜਾਣਾ ਅਤੇ ਉਹ ਬੂਟੇ ਦੇ ਬੂਟੇ ਲੈਣਾ ਦੇ ਵਿੱਚ ਜਾਂ ਪਰੜਿਆਂ ਦੇ ਵਿੱਚ ਸਾਰੇ ਬੂਟੇ ਜਿਹੜੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਸੋ ਮੈਂ ਤਾਂ ਕਿਸਾਨ ਵੀਰ ਨੂੰ ਇਹੀ ਕਹੂੰਗਾ ਵੀ ਜਦੋਂ ਤੁਸੀਂ ਸਬਜ਼ੀਆਂ ਦੀ ਖੇਤੀ ਦੀ ਜਦੋਂ ਤੁਸੀਂ ਪਲੈਨਿੰਗ ਕਰਨੀ ਹੈ ਜਾਂ ਵਿਉਂਤਬੰਦੀ ਕਰਨੀ ਹੈ, ਉਦੋਂ ਤੁਹਾਨੂੰ ਇਹ ਦੇਖ ਲੈਣਾ ਚਾਹੀਦਾ ਵੀ ਪਿਛਲੇ ਸਾਲ ਸਾਡੀ ਮੀਂਹ ਦੇ ਨਾਲ ਜਾਂ ਵੱਧ ਪਾਣੀ ਦੇ ਨਾਲ ਜਾਂ ਕਿਸੇ ਕਾਰਨ ਕਰਕੇ ਸਬਜ਼ੀ ਜਿਹੜੀ ਮਰੀ ਹੈ, ਉਹਦੇ ਵਾਸਤੇ ਤੁਸੀਂ ਜਿਹੜੀ ਖੇਤ ਦੀ ਚੋਣ ਹੈ, ਮਿੱਟੀ ਦੀ ਜਿਹੜੀ ਬਣਤਰ ਹੈ, ਜਾਂ ਜਿਹੜਾ ਖੇਤ ਕਿਹੜਾ ਢੁਕਵਾਂ ਸਬਜ਼ੀ ਵਾਸਤੇ ਰਹੂ ਜਿੱਥੇ ਪਾਣੀ ਬਾਹਰੋਂ ਆ ਕੇ ਨਾ ਖੜ੍ਹੇ ਜਾਂ ਲੰਬਾ ਸਮਾਂ ਪਾਣੀ ਨਾ ਖੜ੍ਹੇ। ਸੋ ਕਿਸਾਨ ਵੀਰੋ ਦੇਖੋ, ਮਿਹਨਤ ਕਰਦੇ ਹਾਂ ਆਪਾਂ, ਜਦੋਂ ਫਲ ਪੈਂਦਾ, ਜਦੋਂ ਫਲ ਲੈਣ ਦਾ ਟਾਈਮ ਹੁੰਦਾ, ਉਦੋਂ ਬਰਸਾਤ ਦੇ ਨਾਲ ਜਾਂ ਜ਼ਿਆਦਾ ਪਾਣੀ ਦੇ ਨਾਲ ਜਿਹੜੀ ਸਬਜ਼ੀ ਦੀ ਖਤਮ ਹੋ ਜਾਂਦੀ ਹੈ ਤਾਂ ਫਾਰਮਰ ਦਾ ਬਹੁਤ ਨੁਕਸਾਨ ਹੁੰਦਾ ਹੈਗਾ। ਸੋ ਕਿਸਾਨ ਵੀਰੋ, ਜਦੋਂ ਸਬਜ਼ੀ ਲਾਉਣੀ ਹੈ ਤਾਂ ਸਾਨੂੰ ਖੇਤ ਦੀ ਬਣਤਰ ਬਾਰੇ ਰੇਸਨੀ ਮਿੱਟੀ ਹੋਵੇ, ਠੀਕ ਹੈ, ਅਤੇ ਖਾਸ ਕਰਕੇ ਜਿਵੇਂ ਟਮਾਟਰ ਨੇ ਜਾਂ ਬੈਂਗਣ ਨੇ ਜਾਂ ਮਿਰਚਾਂ ਨੇ ਜਾਂ ਸ਼ਿਮਲਾ ਮਿਰਚਾਂ ਨੇ, ਇਹਨਾਂ ਨੂੰ ਵੱਟਾਂ ਦੀ ਬਜਾਏ ਚੌੜੇ ਪਰੜੇ ਬਣਾ ਕੇ, ਪਰੜਿਆਂ ਦਾ ਮਤਲਬ ਵੀ ਤਕਰੀਬਨ 2.5 ਫੁੱਟ ਚੌੜੇ ਹੋਣ ਅਤੇ ਡੇਢ ਕੁ ਫੁੱਟ ਉਹ ਜ਼ਮੀਨ ਤੋਂ ਉੱਪਰ ਹੋਣ, ਠੀਕ ਆ। ਜੇਕਰ ਮੀਂਹ ਵੀ ਪਵੇ ਜਾਂ ਪਾਣੀ ਵੀ ਜਾਵੇ, ਉਹ ਖਾਲੀ ਦੇ ਵਿੱਚ ਖੜ੍ਹਾ ਰਹੇ ਅਤੇ ਪਰੜੇ ਦੇ ਉੱਪਰ ਸਿੱਧਾ ਜੜ ਦੇ ਵਿੱਚ ਬੂਟੇ ਦੀ ਜੜ 'ਚ ਨਾ ਪਾਣੀ ਜਾਵੇ ਤਾਂ ਕਿ ਬੂਟੇ ਨੂੰ ਜਿਹੜੀ ਮਾਰ ਨਾ ਪਵੇ। ਸੋ ਜੋ ਇੰਨਾ ਖਿਆਲ ਰੱਖੀਏ ਤਾਂ ਸਾਡਾ ਕਾਫੀ ਹੱਦ ਤੱਕ ਜਿਹੜਾ ਬੂਟਾ ਜਾਂ ਜਿਹੜੀ ਫਸਲ ਸਾਡੀ ਬਚ ਸਕਦੀ ਹੈ। ਮਤਲਬ ਡਾਕਟਰ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਇਹਤਿਆਤ ਜਿਹੜੀ ਉਹ ਜੇ ਕਿਸਾਨ ਰੱਖ ਕੇ ਚੱਲੇ ਤੇ ਫਿਰ ਜਿਹੜਾ ਮੀਂਹ ਦੇ ਕਾਰਨ ਨੁਕਸਾਨ ਹੁੰਦਾ ਉਹ ਬਹੁਤ ਹੱਦ ਤੱਕ ਘੱਟ ਸਕਦਾ। ਬਿਲਕੁਲ ਜੀ, ਬਿਲਕੁਲ। ਤੇ ਇਸ ਦੇ ਨਾਲ ਹੀ ਡਾਕਟਰ ਸਾਹਿਬ ਇੱਕ ਹੋਰ ਕਾਲਰ ਨੇ ਜੋ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਜਸਕਰਨ ਸਿੰਘ ਜੀ, ਆਲਮਵਾਲ ਦਾ। ਹਾਂਜੀ ਜਸਕਰਨ ਜੀ, ਆਪਣਾ ਸਵਾਲ ਪੁੱਛੋ, ਸਾਡੇ ਨਾਲ ਡਾਕਟਰ ਬੂਟਾ ਸਿੰਘ ਜੀ ਨੇ। ਠੀਕ ਹੈ ਜੀ, ਸਬਜ਼ੀ ਬਾਰੇ ਪੁੱਛਣਾ ਸੀਗਾ ਜੀ। ਸਬਜ਼ੀਆਂ 'ਚ ਇੱਕ ਤਾਂ ਬੀਜ ਨਹੀਂ ਸਹੀ ਮਿਲਦੇ ਜੀ। ਗੋਭੀ ਮੰਨ ਲਾ ਆਪਾਂ ਲੈਨੇ ਆ, ਉਹ ਨਸਾਰੂ ਜਾਂਦੀ ਹੈ। ਹੋਰ ਜੀ? ਤੇ ਇੱਕ ਨਦੀਨ ਬਹੁਤ ਹੁੰਦੇ ਆ ਜੀ। ਹੋਰ ਜੀ? ਉਹਦੇ ਵਾਸਤੇ ਕੋਈ ਆਪਾਂ ਨੂੰ ਕੀ ਕਰਨਾ ਚਾਹੀਦਾ, ਵੀ ਕਿਹੜੀ ਦਵਾਈ ਪਹਿਲਾਂ? ਤੁਸੀਂ ਕਿਹੜੀ ਸਬਜ਼ੀ 'ਚ ਨਦੀਨਾਂ ਦੀ ਰੋਕਥਾਮ ਕਰਾਉਣਾ ਚਾਹੁੰਦੇ ਹੋ ਜੀ? ਸਾਰੀ ਸਬਜ਼ੀ ਆ, ਪਾਲਕ ਪੂਲਕ ਬੀਜੀ ਦੀ ਹੈ ਜੀ, ਤੇ ਗੋਭੀ ਮੰਨ ਲਾ। ਜਿੱਥੋਂ ਤੱਕ ਤੁਹਾਡਾ ਬੀਜਾਂ ਦਾ ਸਵਾਲ ਹੈ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਜਿਹੜੀ ਸਬਜ਼ੀਆਂ ਦੀ ਖੇਤੀ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਕੇ ਹਟਿਆ ਸੀਗਾ, ਉਹਦੀ ਬੁਨਿਆਦ ਹੀ ਬੀਜ ਹੈ ਜੀ। ਜੇ ਸਾਨੂੰ ਉਹ ਬੀਜ ਜਾਂ ਪਨੀਰੀ ਮਾਲੀ ਮਿਲ ਗਈ ਤਾਂ ਅਸੀਂ ਸਾਰਾ ਸੀਜ਼ਨ ਸਾਡਾ ਰੋਣਾ ਹੀ ਰਹੂਗਾ ਜੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨਾਂ ਨੂੰ ਕਹੂੰਗਾ ਵੀ ਜਿਹੜਾ ਤੁਹਾਡਾ ਬੀਜ ਦਾ ਸੋਮਾ ਹੈ ਜਾਂ ਤੁਸੀਂ ਪਨੀਰੀ ਲੈਣੀ ਹੈ, ਉਹ ਕਿਸੇ ਭਰੋਸੇਯੋਗ ਸੂਤਰ ਤੋਂ ਲਓ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਰੀਆਂ ਸਬਜ਼ੀਆਂ ਦੇ ਬੀਜ ਪੈਦਾ ਕਰਦੀ ਹੈ, ਦੋਗਲੇ ਬੀਜ ਪੈਦਾ ਕਰਦੀ ਹੈ, ਠੀਕ ਹੈ ਨਾ। ਮਟਰਾਂ ਦਾ ਬੀਜ ਹੈ, ਮੂਲੀ ਦਾ ਬੀਜ ਹੈ, ਆਲੂ ਦਾ ਬੀਜ ਹੈ, ਠੀਕ ਹੈ ਨਾ ਜੀ। ਸਾਡਾ ਇਹ ਗਾਜਰ ਦਾ ਬੀਜ ਹੈਗਾ, ਮਿਰਚਾਂ ਦਾ ਬੀਜ ਹੈ। ਇਹ ਸਾਰੇ ਬੀਜ ਅਸੀਂ ਪੈਦਾ ਕਰਕੇ ਕਿਸਾਨਾਂ ਦੇ ਖੇਤਾਂ ਤੱਕ ਜਿਹੜੇ ਪਹੁੰਚਾਉਣੇ ਆ। ਜੇ ਤੁਸੀਂ ਯੂਨੀਵਰਸਿਟੀ ਨਾਲ ਨਹੀਂ ਜੁੜ ਸਕਦੇ ਜਾਂ ਯੂਨੀਵਰਸਿਟੀ ਤੋਂ ਨਹੀਂ ਬੀਜ ਲੈ ਸਕਦੇ ਤਾਂ ਤੁਸੀਂ ਆਪਣਾ ਜਿਹੜਾ ਬਾਗਬਾਨੀ ਵਿਭਾਗ ਪੰਜਾਬ ਆ, ਉਹਨਾਂ ਕੋਲੇ ਵੀ ਬੀਜ ਆਉਂਦੇ ਨੇ, ਜਾਂ ਫਿਰ ਕਿਸੇ ਚੰਗੀ ਕੰਪਨੀ ਦੇ, ਜਿਹੜੀ ਚੰਗੀ ਵਧੀਆ ਕੰਪਨੀ ਹੈ, ਜਿਹਦਾ ਨਾਂ ਆਪਾਂ ਸੁਣਦੇ ਆ ਵੀ ਭਾਈ ਆਹ ਫਲਾਨੀ ਕੰਪਨੀ ਦਾ ਬੀਜ ਆ, ਤੁਸੀਂ ਉਹ ਕੰਪਨੀਆਂ ਦੇ ਜਿਹੜੇ ਬੀਜ ਜਿਹੜੇ ਲੈ ਸਕਦੇ ਹੋ। ਮੇਰਾ ਮਤਲਬ ਇਹ ਕਹਿਣ ਦਾ ਵੀ ਆਪਣਾ ਜਿਹੜਾ ਬੀਜ ਦਾ ਸੋਮਾ ਹੈ ਉਹ ਪੂਰਾ ਭਰੋਸੇਯੋਗ ਹੋਣਾ ਚਾਹੀਦਾ। ਨਹੀਂ ਤਾਂ ਫਿਰ ਇਹ ਆ ਵੀ ਜੇ ਬੀਜ ਮਾੜਾ ਮਿਲ ਗਿਆ ਤਾਂ ਜਿੰਨੀ ਮਰਜ਼ੀ ਤੁਸੀਂ ਮਿਹਨਤ ਕਰੀ ਜਾਓ, ਜਿੰਨੇ ਮਰਜ਼ੀ ਕੱਖ ਮਾਰੀ ਚਲੋ, ਜਿੰਨੇ ਮਰਜ਼ੀ ਖਾਦ ਪਾਈ ਸਪਰੇਅ ਕਰੀ ਚਲੋ, ਤਾਂ ਸਾਡੇ ਰੋਣਾ ਹੀ ਪੱਲੇ ਪੈਂਦਾ। ਜਿੱਥੋਂ ਤੱਕ ਨਦੀਨਾਂ ਦੀ ਜਿਹੜੀ ਗੱਲ ਹੈ, ਉਹਦੇ ਵਿੱਚ ਕਈ ਸਬਜ਼ੀਆਂ ਨੇ ਜਿਨ੍ਹਾਂ ਦੀ ਜਿਹੜੀ ਪਹਿਲਾ ਵਿਕਾਸ ਹੈ, ਜਦੋਂ ਆਪਾਂ ਲਾਉਣੇ ਆ ਜਾਂ ਬੀਜਦੇ ਜਾਂ ਪੌਦੇ ਲਾਉਣੇ ਆ, ਉਹਨਾਂ ਦਾ ਵਿਕਾਸ ਸਲੋ ਹੁੰਦਾ ਹੈਗਾ, ਹੌਲੀ ਹੁੰਦਾ ਹੈਗਾ। ਅਤੇ ਉਹਨਾਂ ਕੇਸਾਂ ਦੇ ਵਿੱਚ ਕੀ ਹੁੰਦਾ ਹੈ, ਕਿਉਂਕਿ ਸਬਜ਼ੀਆਂ ਪਾਣੀ ਛੇਤੀ ਭਾਲਦੀਆਂ ਨੇ, ਉਹਦੇ ਨਾਲ ਕੱਖ ਹੈ ਜਿਹੜੇ ਬਹੁਤ ਉੱਗ ਖੜ੍ਹਦੇ ਨੇ ਅਤੇ ਉਹਦੇ ਨਾਲ ਫਾਰਮਰ ਨੂੰ ਬੜੀ ਸਮੱਸਿਆ ਹੁੰਦੀ ਹੈਗੀ ਆ। ਸੋ ਮੈਂ ਤਾਂ ਇਹੀ ਕਹੂੰਗਾ, ਮੰਨ ਲਓ ਵੀ ਉਦਾਹਰਨ ਦੇ ਤੌਰ 'ਤੇ ਆਪਾਂ ਗਾਜਰ ਬੀਜਦੇ ਹਾਂ। ਜਦੋਂ ਆਪਾਂ ਗਾਜਰ ਬੀਜਦੇ ਹਾਂ ਅਤੇ ਗਾਜਰ ਦਾ ਬੀਜ ਨਾ ਹੌਲੀ ਹੌਲੀ ਉੱਗਰਦਾ, ਉਦੋਂ ਨੂੰ ਕੱਖ ਜ਼ਿਆਦਾ ਜਿਹੜੇ ਸਿਰ 'ਤੇ ਚੜ੍ਹ ਜਾਂਦੇ ਨੇ।
ਸੋ ਜਿਹੜੇ ਕਿਸਾਨ ਵੀਰ ਗਾਜਰ ਬੀਜਦੇ ਨੇ ਤਾਂ ਜਦੋਂ ਗਾਜਰ ਬੀਜੀ ਨੂੰ ਦੋ ਦਿਨ ਹੋ ਜਾਣ ਤਾਂ ਗੋਲ ਦਵਾਈ ਆਉਂਦੀ ਹੈ ਜੀ ਆਕਸੀਫਲੋਰੋਫਿਨ। ਉਹ ਤਕਰੀਬਨ 200 ਗ੍ਰਾਮ ਦਵਾਈ 200 ਲੀਟਰ ਪਾਣੀ 'ਚ ਘੋਲ ਕੇ ਤੁਸੀਂ ਉਹ 2 ਦਿਨਾਂ ਬਾਅਦ, ਗਾਜਰ ਲਾਉਣ ਤੋਂ 2 ਦਿਨਾਂ ਬਾਅਦ ਸਪਰੇਅ ਕਰ ਦੇਣੀ ਹੈ। ਮਟਰਾਂ ਦੇ ਵਿੱਚ ਵੀ ਕੱਖਾਂ ਦੀ ਬੜੀ ਸਮੱਸਿਆ ਆਉਂਦੀ ਆ, ਚਾਹੇ ਗੁੱਲੀ ਡੰਡਾ ਹੋ ਜਾਂਦਾ, ਚਾਹੇ ਵਿੱਚ ਹੋਰ ਚੌੜੀ ਪੱਤੇ ਵਾਲੇ ਜਾਂ ਬਾਥੂ ਹੋ ਜਾਂਦਾ, ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਨਦੀਨ ਹੋ ਜਾਂਦੇ ਨੇ। ਤੇ ਮਟਰਾਂ ਦੇ ਵਿੱਚ ਵੀ ਜਦੋਂ ਤੁਸੀਂ ਮਟਰ ਬੀਜ ਲਏ, ਮਟਰ ਬੀਜਣ ਤੋਂ 1 ਜਾਂ 2 ਦਿਨਾਂ ਦੇ ਵਿੱਚ ਜਿਹੜੀ ਸਟੰਪ ਦਵਾਈ ਆਉਂਦੀ ਆ ਪੈਂਡੀਮੈਥਾਲੀਨ 30 ਤਾਕਤ ਦੀ, ਉਹ ਤੁਸੀਂ 1 ਲੀਟਰ ਦਵਾਈ ਆ ਜਿਹੜੀ 1.5 ਤੋਂ 200 ਲੀਟਰ ਪਾਣੀ 'ਚ ਘੋਲ ਕੇ ਜਿਹੜੀ ਸਪਰੇਅ ਕਰਨੀ ਚਾਹੀਦੀ ਆ। ਲੇਕਿਨ ਜਿਹੜੀਆਂ ਆਪਾਂ ਦਵਾਈਆਂ ਕੱਖਾਂ ਵਾਲੀਆਂ ਫਸਲ ਦੀ ਬਿਜਾਈ ਤੋਂ 1 ਜਾਂ 2 ਦਿਨਾਂ ਦੇ ਵਿੱਚ ਕਰਨੀਆਂ ਨੇ, ਉਹ ਤਾਂ ਹੀ ਕੰਮ ਕਰਨਗੀਆਂ ਜੇਕਰ ਜ਼ਮੀਨ ਦੇ ਵਿੱਚ ਬੱਤਰ ਵਧੀਆ ਹੋਊਗਾ, ਕਿਉਂਕਿ ਇਹਨਾਂ ਦਵਾਈਆਂ ਨੇ ਬੀਜ ਉਗਦੇ ਨੂੰ, ਨਦੀਨ ਦੇ ਨੂੰ ਉਗਦੇ ਨੂੰ ਲੈਣਾ। ਜੇਕਰ ਬੱਤਰ ਘੱਟ ਹੋਇਆ, ਪਾਣੀ ਤੁਸੀਂ ਘੱਟ ਲਾਇਆ, ਜਾਂ ਤੁਸੀਂ ਜਿਹੜੀ ਨੋਜ਼ਲ ਕੱਟ ਵਾਲੀ ਜਾਂ ਟੱਕ ਵਾਲੀ ਨਾ ਵਰਤੀ ਤੇ ਤੁਸੀਂ ਕੋਂਡ ਵਾਲੀ ਨੋਜ਼ਲ ਵਰਤੀ, ਫਿਰ ਤੁਹਾਡੇ ਜਿਹੜੇ ਇਹ ਦਵਾਈ ਨੇ ਉਹਨਾਂ ਜਿਹੜਾ ਅਸਰ ਨਹੀਂ ਕਰਨਾਗਾ। ਤੁਸੀਂ ਗੋਭੀ ਦੀ ਗੱਲ ਕੀਤੀ ਸੀਗੀ ਵੀ ਗੋਭੀ ਦੇ ਵਿੱਚ ਜਦੋਂ ਅਸੀਂ ਗੋਭੀ ਲਾਉਣੇ ਆ ਉਦੋਂ ਵੀ ਕੱਖ ਜਿਹੜੇ ਬਹੁਤ ਹੋ ਜਾਂਦੇ ਨੇ। ਗੋਭੀ ਲਾਉਣ ਤੋਂ ਵੱਟਾਂ ਬਣਾ ਲਓ, ਤੁਸੀਂ ਵੱਟਾਂ ਬਣਾ ਕੇ ਤੁਸੀਂ ਚੰਗੇ ਬੱਤਰ ਆ ਜੇ ਤੁਹਾਡਾ ਖੇਤ ਦੇ ਵਿੱਚ, ਤੇ ਗੋਭੀ ਲਾਉਣ ਤੋਂ 1 ਦਿਨ ਪਹਿਲਾਂ ਸਟੰਪ ਦਵਾਈ ਪੈਂਡੀਮੈਥਾਲੀਨ 30 ਤਾਕਤ ਦੀ 1 ਲੀਟਰ ਦਵਾਈ ਆ ਜਿਹੜੀ, ਉਹ ਤੁਸੀਂ 1.5-200 ਲੀਟਰ ਪਾਣੀ 'ਚ ਪਾ ਕੇ ਚੰਗੀ ਤਰ੍ਹਾਂ, ਮਤਲਬ ਕਿ ਇਹ ਨਹੀਂਗਾ ਵੀ ਆਪਾਂ ਵੀ ਜਦੋਂ ਸਪਰੇਅ ਕਰਨੀ ਆ ਤੇ ਸਾਡਾ ਉਹ ਜਿਹੜੀ ਸਪਰੇਅ ਦੀ ਉਹ ਆਪਣੀ ਨੋਜ਼ਲ ਹੈ ਉਹਨੂੰ ਅਸੀਂ ਇੱਧਰ ਉੱਧਰ ਹਿਲਾਈਏ, ਇੱਕੋ ਹੀ ਫਾਂਟ ਲਿਜਾਣੀ ਹੈ ਤੇ ਨਾਲ ਫਾਂਟ ਮੋੜੀ ਆਉਣੀ ਹੈ, ਠੀਕ ਹੈ ਨਾ। ਜਾਂ ਤਾਂ ਤੁਸੀਂ 1 ਲੀਟਰ ਇਹ ਵਰਤ ਲਓ, ਜਾਂ ਫਿਰ ਤੁਸੀਂ 1.25 ਲੀਟਰ ਸਟੰਪ ਵਰ ਕੇ ਤੇ 1 ਮਹੀਨੇ ਬਾਅਦ ਜੋ ਤੁਸੀਂ ਗੋਡੀ ਕਰਨੀ ਆ ਉਹ ਤੁਸੀਂ ਖੁਰਪੇ ਨਾਲ ਗੋਡੀ ਕਰ ਦਿਓ। ਇਸੇ ਤਰ੍ਹਾਂ ਹੀ ਆਲੂਆਂ ਦੇ ਵਿੱਚ ਨੇ, ਆਲੂਆਂ ਤੋਂ ਬੀਜਣ ਤੋਂ ਬਾਅਦ ਤੁਸੀਂ ਸਟੰਪ ਕਰ ਲਓ, ਜਾਂ ਤੁਸੀਂ ਉਹਦੇ ਵਿੱਚ ਆਈਸੋਪਰਾਟੂਜਰੋਨ ਐਰੀਲਨ ਕਰੋਪ ਦੀ ਆ, ਤੁਸੀਂ ਉਹ ਅੱਧਾ ਕਿਲੋ ਪਾ ਲਓ, ਜਾਂ ਤੁਸੀਂ ਮੈਟਰੀਬਿਊਜਨ 200 ਗ੍ਰਾਮ ਉਹ ਪਾ ਲਓ, ਜਾਂ ਤੁਸੀਂ ਜਦੋਂ ਤੁਹਾਡੇ ਇਹ ਦਵਾਈਆਂ ਜਿਹੜੀਆਂ ਪਾਉਣੀਆਂ ਨੇ ਇਹ ਆਲੂ ਬੀਜਣ ਤੋਂ 2 ਦਿਨਾਂ ਦੇ ਵਿੱਚ ਪਾਉਣੀਆਂ ਨੇ, ਜਾਂ ਫਿਰ ਜਦੋਂ ਤੁਹਾਡੇ ਆਲੂ 8-10 ਦਿਨ ਦੇ ਹੋ ਗਏ ਤੇ ਬਿਰਲੇ ਮੇਰਾ ਕਹਿਣ ਦਾ ਭਾਵ ਆ ਵੀ 8-10% ਜਿਹੜੇ ਆਲੂ ਜ਼ਮੀਨ 'ਚ ਦਿਖਣ ਲੱਗੇ, ਉਦੋਂ ਤੁਸੀਂ ਗ੍ਰਾਈਮੈਕਸੋਨ ਦਵਾਈ ਆ ਜਿਹੜੀ ਉਹ ਅੱਧਾ ਕਿਲੋ ਗ੍ਰਾਈਮੈਕਸੋਨ 150 ਲੀਟਰ ਪਾਣੀ 'ਚ ਘੋਲ ਕੇ ਤੁਸੀਂ ਸਪਰੇਅ ਕਰ ਦਿਓ ਤੁਹਾਡੇ। ਕਿਉਂਕਿ ਸਬਜ਼ੀਆਂ ਦੇ ਵਿੱਚ, ਜ਼ਿਆਦਾਤਰ ਸਬਜ਼ੀਆਂ ਦੇ ਵਿੱਚ ਜਿਹੜੇ ਉਹ ਨਦੀਨਨਾਸ਼ਕ ਦਵਾਈਆਂ ਦੀ ਆਪਾਂ ਸਪਰੇਅ ਕਰਦੇ ਹਾਂ, ਨਾਲ 1 ਦੀ ਗੋਡੀ ਵੀ ਕਰਦੇ ਹਾਂ, ਕਿਉਂਕਿ ਜਿਹੜੀ ਸਪਰੇਅ ਦਾ ਅਸਰ ਆ ਉਹ ਮਹੀਨੇ ਕੁ ਤੱਕ ਰਹਿੰਦਾ ਹੈ, ਤੇ ਸਬਜ਼ੀਆਂ ਨੇ ਘੱਟੋ ਘੱਟ ਕਿਸੇ ਨੇ 3 ਮਹੀਨੇ, ਕਿਸੇ ਨੇ 4 ਮਹੀਨੇ, ਕਿਸੇ ਨੇ 5 ਮਹੀਨੇ ਚੱਲਣਾ ਹੁੰਦਾ, ਤੇ ਫਿਰ ਉਹ ਕੱਖ ਆ ਜਿਹੜੇ ਉਹ ਪਹਿਲੀਆਂ ਹਾਲਤਾਂ ਦੇ ਵਿੱਚ ਖਤਮ ਕਰਨੇ ਬਹੁਤ ਜ਼ਰੂਰੀ ਨੇ। ਇਹ ਤਾਂ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਸੋਨਾਲੀਕਾ ਟਰੈਕਟਰ ਦੇ CSR ਵਿੰਗ ਵੱਲੋਂ ਲਿੱਤੇ ਗਏ ਇੱਕ ਇਨੀਸ਼ੀਏਟਿਵ ਬਾਰੇ ਗੱਲ ਕਰਾਂਗੇ, ਜੋ ਕਿ ਹੈ ਅਬ ਹਵਾ ਬਦਲੇਗੀ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2। ਬ੍ਰੇਕ ਤੋਂ ਬਾਅਦ ਮੁੜ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2 ਤੇ ਹੁਣ ਵੇਲਾ ਹੈ ਸੋਨਾਲੀਕਾ ਟਰੈਕਟਰਸ ਦੇ CSR ਵਿੰਗ ਵੱਲੋਂ ਲਿੱਤੇ ਗਏ ਇੱਕ ਖਾਸ ਇਨੀਸ਼ੀਏਟਿਵ ਬਾਰੇ ਗੱਲ ਕਰਨ ਦੀ, ਜੋ ਕਿ ਹੈ ਅਬ ਹਵਾ ਬਦਲੇਗੀ। ਕੀ ਹੈ ਉਹ ਇਨੀਸ਼ੀਏਟਿਵ, ਆਓ ਵੇਖਦੇ ਹਾਂ। ਸੋਨਾਲੀਕਾ ਖੇਤੀਬਾੜੀ ਦੀ ਦੁਨੀਆ ਵਿੱਚ ਨਵੀਆਂ ਤਰੰਗਾਂ ਪੈਦਾ ਕਰਨ ਵਾਲਾ ਉਹ ਨਾ ਜੋ ਅੱਜ ਸਿਰਫ ਸਨਅਤੀ ਖੇਤਰ ਵਿੱਚ ਹੀ ਬੁਲੰਦੀਆਂ ਨਹੀਂ ਹਾਸਿਲ ਕਰ ਰਿਹਾ, ਸਗੋਂ ਚੁਗਿਰਦੇ ਅਤੇ ਸਮਾਜ ਨੂੰ ਬਿਹਤਰੀ ਵੱਲ ਲਿਜਾਣ ਅਤੇ ਆਪਣੀਆਂ ਕੋਸ਼ਿਸ਼ਾਂ ਨਾਲ ਨਵੀਂ ਰਾਹ ਦੇਣ ਦੀ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਬਖੂਬੀ ਨਿਭਾ ਰਿਹਾ ਹੈ। ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਦੇ ਤਹਿਤ ਸੋਨਾਲੀਕਾ CSR ਵੱਲੋਂ ਛੇੜੀ ਗਈ ਮੁਹਿੰਮ ਹੁਣ ਹਵਾ ਬਦਲੇਗੀ, ਜਿਸ ਦੇ ਜ਼ਰੀਏ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹਵਾ ਨੂੰ ਸਾਫ਼ ਕਰਨ ਦਾ ਬੀੜਾ ਚੁੱਕਿਆ ਗਿਆ ਅਤੇ ਸੋਨਾਲੀਕਾ CSR ਨੇ ਕੀਤੇ ਨੇ ਕਈ ਖਾਸ ਉਪਰਾਲੇ।
ਸ਼ਹਿਰਾਂ ਵਿੱਚ ਫੈਕਟਰੀਆਂ ਅਤੇ ਗੱਡੀਆਂ ਦਾ ਧੂਆਂ ਹੋਵੇ ਜਾਂ ਖੇਤਾਂ ਵਿੱਚ ਪਰਾਲੀ ਸਾੜੇ ਜਾਣ ਤੋਂ ਬਾਅਦ ਹੋਣ ਵਾਲਾ ਪ੍ਰਦੂਸ਼ਣ, ਇਹ ਸਭ ਮਿਲ ਕੇ ਹਵਾ ਨੂੰ ਜ਼ਹਿਰੀਲਾ ਬਣਾ ਰਹੇ ਨੇ। ਅਜੇ ਵਿੱਚ ਇੱਕ ਵੱਡਾ ਕਦਮ ਚੁੱਕਦੇ ਹੋਏ ਸੋਨਾਲੀਕਾ CSR ਨੇ ਹਰਿਆਣਾ ਵਿੱਚ ਕਰਨਾਲ ਦੇ 25 ਪਿੰਡਾਂ ਨੂੰ ਗੋਦ ਲਿਆ ਹੈ। ਇੱਥੇ ਕਿਸਾਨਾਂ ਨੂੰ ਅੱਗ ਲਾ ਕੇ ਪਰਾਲੀ ਦਾ ਨਬੇੜਾ ਕਰਨ ਦੇ ਰਿਵਾਇਤੀ ਢੰਗ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਹੈਪੀ ਸੀਡਰ ਵਰਗੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਨੇ ਤਾਂ ਜੋ ਉਹ ਬਗੈਰ ਪਰਾਲੀ ਸਾੜੇ ਉਸ ਦਾ ਨਿਪਟਾਰਾ ਕਰ ਸਕਣ, ਚੁਗਿਰਦੇ ਨੂੰ ਬਚਾ ਸਕਣ ਅਤੇ ਆਪਣੀ ਫਸਲ ਦੀ ਪੈਦਾਵਾਰ ਨੂੰ ਵਧਾ ਸਕਣ। ਇਸ ਮੁਹਿੰਮ ਦੇ ਨਾਲ ਲਗਭਗ 12,508 ਏਕੜ ਜ਼ਮੀਨ ਅਤੇ 1,44,700 ਜ਼ਿੰਦਗੀਆਂ ਤੇ ਅਸਰ ਪਿਆ ਹੈ। पहले हमारे किसानों को, भाइयों को, हमारे को भी पहले पराली जलानी पड़ती थी। इससे पर्यावरण दूषित होता था, धुआं ही धुआं चारों तरफ होता था। जब से मैं सुमित और सोनालिका से जुड़ा हूँ, इसने हमारे को हैप्पी सीडर, SMS और जीरो ड्रिल दिया है। अब हमारे किसान भाइयों को या हमारे को भी ये पराली जलाना नहीं पड़ता, जिससे वातावरण शुद्ध रहता है और हमारी ज़मीन भी उपजाऊ होती है। ਸੋਨਾਲੀਕਾ CSR ਦੇ ਇਸ ਕਦਮ ਨੇ ਕਿਸਾਨਾਂ ਦੀ ਸੋਚ ਦੇ ਨਾਲ-ਨਾਲ ਹਵਾ ਬਦਲੀ ਅਤੇ ਹੁਣ ਇਸ ਮੁਹਿੰਮ ਨੂੰ ਨਵੇਂ 25 ਪਿੰਡਾਂ ਦੇ ਨਾਲ-ਨਾਲ ਅਗਲੇ ਸਾਲ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਬਦਲਾਅ ਦੀ ਬਿਆਰ ਇਸੇ ਤਰ੍ਹਾਂ ਵਹਿੰਦੀ ਰਹੇ। ਚੁਗਿਰਦੇ ਨੂੰ ਬਚਾਉਣ ਲਈ ਬੂਟੇ ਲਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਬੱਚਿਆਂ ਨੂੰ ਇਸ ਦਾ ਮਹੱਤਵ ਸਮਝਾਉਣ ਲਈ ਬੂਟੇ ਲਗਾਉਣ ਵਰਗੇ ਪ੍ਰੋਗਰਾਮ ਆਯੋਜਿਤ ਕਰ ਸੋਨਾਲੀਕਾ ਨੇ ਇੱਕ ਹੋਰ ਚੰਗੀ ਪਹਿਲ ਕੀਤੀ। ਸੋਨਾਲੀਕਾ ਕੰਪਨੀ ਦੇ CSR ਇਨੀਸ਼ੀਏਟਿਵਸ ਦਾ ਦਾਇਰਾ ਹਰਿਆਣਾ ਤੋਂ ਵੱਧਦਾ ਹੋਇਆ ਮੱਧ ਪ੍ਰਦੇਸ਼ ਦੇ ਇੰਦੌਰ ਵੀ ਪਹੁੰਚਿਆ, ਜਿੱਥੇ ਦਟੌਦਾ ਪਿੰਡ ਵਿੱਚ ਉਪਜਾਊ ਜ਼ਮੀਨ ਦੇ ਬਾਵਜੂਦ ਕਿਸਾਨਾਂ ਨੂੰ ਚੰਗੀ ਫਸਲ ਨਹੀਂ ਮਿਲ ਰਹੀ ਸੀ ਅਤੇ ਇਸ ਦੀ ਵਜ੍ਹਾ ਸੀ ਸਿੰਜਾਈ ਲਈ ਪਾਣੀ ਦੀ ਕਮੀ। ਕਿਸਾਨਾਂ ਦੀ ਇਸ ਪਰੇਸ਼ਾਨੀ ਨੂੰ ਸਮਝਦੇ ਹੋਏ ਸੋਨਾਲੀਕਾ CSR ਨੇ ਸਟਾਪ ਡੈਮ ਦੀ ਉਸਾਰੀ ਕਰਵਾਈ ਅਤੇ ਹੁਣ ਦਟੌਦਾ ਪਿੰਡ ਦੇ ਕਿਸਾਨਾਂ ਦੀ ਪਾਣੀ ਦੀ ਮੁਸ਼ਕਲ ਹੱਲ ਹੋ ਚੁੱਕੀ ਹੈ। जब से सोनालिका कंपनी आई और ये डैम बनाया, तब ये डिफिकल्टी हमारी दूर हो गई। धन्यवाद। जिन्ना जरूरी कुदरत के प्रति अपना फर्ज निभाना है, उन्ना ही जरूरी देश के भविख नूं मौजूदा समय दीआं बुराइयां तो बचाउणा भी है। इस दे लई सोनालिका CSR ने दिल्ली के 50 स्कूलों विच बच्चियां नाल वर्कशॉप्स कीतियां, जिस विच बच्चियां नूं सरीरक शोषण, नशा ਅਤੇ खास तौर ते जेंडर सेंसिटाइजेशन बारे दिलचस्प तरीके नाल जागरूक किया गया। समाज उदों ही बेहतर बन सकता है जदों मुंडियां ਅਤੇ ਕੁੜੀਆਂ ਨੂੰ बराबर समझण ਦੀ ਸੋਚ पैदा ਕੀਤੀ ਜਾਵੇ ਅਤੇ ਘੱਟ ਉਮਰ ਵਿੱਚ ਹੀ ਦਿੱਤੀ ਗਈ ਇਹ ਸੋਚ ਬਾਅਦ ਵਿੱਚ ਸਿਹਤਮੰਦ ਸਮਾਜ ਦੀ ਉਸਾਰੀ ਕਰਦੀ ਹੈ। ਇਸ ਤੋਂ ਇਲਾਵਾ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀ ਦੀ ਸਥਾਪਨਾ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਐਥਲੀਟਸ ਨੂੰ ਅੱਗੇ ਵਧਣ ਦੇ ਮੌਕੇ ਦੇਣਾ ਅਤੇ ਸਕੂਲਾਂ ਵਿੱਚ ਸ਼ੂਟਿੰਗ ਰੇਂਜ ਸਥਾਪਿਤ ਕਰਨਾ, ਔਰਤਾਂ ਨੂੰ ਸਸ਼ਕਤ ਬਣਾਉਣ ਲਈ ਸਿਲਾਈ ਮਸ਼ੀਨ ਯੂਨਿਟ ਸਥਾਪਿਤ ਕਰ ਸੋਨਾਲੀਕਾ ਨੇ ਸਾਬਿਤ ਕਰ ਦਿੱਤਾ ਕਿ ਉਹਨਾਂ ਦਾ ਮਕਸਦ ਸਿਰਫ ਸਨਅਤੀ ਖੇਤਰ ਵਿੱਚ ਕਾਮਯਾਬੀ ਹਾਸਲ ਕਰਨਾ ਹੀ ਨਹੀਂ, ਸਗੋਂ ਸਮਾਜ ਦੇ ਹਰ ਖੇਤਰ ਵਿੱਚ ਕੁਝ ਚੰਗਾ ਕਰਨਾ ਉਹਨਾਂ ਦਾ ਮਕਸਦ ਹੈ ਅਤੇ ਜ਼ਿੰਮੇਵਾਰੀ ਵੀ। ਅਜਿਹੇ ਉਪਰਾਲੇ ਵੇਖ ਤਾਂ ਲੱਗਦਾ ਹੈ ਕਿ ਹਵਾ ਜ਼ਰੂਰ ਬਦਲੇਗੀ। ਤੇ ਹੁਣ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਸੋਨਾਲੀਕਾ ਟਰੈਕਟਰ ਦੀ ਡਾਇਰੈਕਟਰ ਮਿਸਿਸ ਸੁਰਭੀ ਮਿੱਤਲ ਜੀ ਦੇ ਨਾਲ। PTC ਨਿਊਜ਼ ਦੇ ਇਸ ਖਾਸ ਪੇਸ਼ਕਸ਼ ਵਿੱਚ ਸਭ ਦਾ ਸਵਾਗਤ ਹੈ। ਅੱਜ ਦੇ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਇੱਕ ਬਹੁਤ ਵੱਡਾ ਸੈਕਟਰ ਹੈ ਔਰ ਕਈ ਵੱਡੀਆਂ ਇੰਡਸਟਰੀਜ਼ ਜਿਹੜੀਆਂ ਨੇ ਇਸ ਵਿੱਚ ਬਹੁਤ ਕੰਮ ਕਰ ਰਹੀਆਂ ਨੇ। ਇਸ ਵੇਲੇ ਅਸੀਂ ਜਿਹੜਾ ਜਿਸ ਟੌਪਿਕ ਦੇ ਉੱਤੇ ਜਿਸ ਨਾਲ ਗੱਲ ਕਰਨ ਲਈ ਮੌਜੂਦ ਹਾਂ, ਸੁਰਭੀ ਮਿੱਤਲ ਜੀ ਸਾਡੇ ਨਾਲ ਨੇ, ਸੋਨਾਲੀਕਾ ਦੇ CSR ਡਾਇਰੈਕਟਰ ਨੇ। ਮੈਮ ਬਹੁਤ ਬਹੁਤ ਸਵਾਗਤ ਹੈ ਜੀ PTC ਤੇ। ਸਭ ਤੋਂ ਪਹਿਲਾ ਸਵਾਲ ਕਿ ਸੋਨਾਲੀਕਾ CSR किस एरिया दे विच की कुछ काम कर रहा है, की कुछ वर्टिकल्स ने? सोनालिका CSR में हमारी हमेशा से यही कोशिश रहती है कि हम लोगों का हाथ थाम कर धीरे धीरे उन्हें आत्मनिर्भर बनाते हुए उनकी सफलता का साथी बने। हमारे 3 मेन वर्टिकल्स है, उड़ान, सोनालिका स्पोर्ट्स एकेडमी और क्लीन एंड ग्रीन। हमारा ये मानना है कि किसी भी समाज की सफलता में औरतों का बहुत बड़ा योगदान होता है। उड़ान में हम जितने भी प्रोजेक्ट्स लेते हैं, चाहे वो गारमेंट स्टिचिंग यूनिट हो, रेमेडियल एजुकेशन सेंटर्स हो या हॉस्पिटल अटेंडेंट ट्रेनिंग प्रोग्राम्स हो, इन सब के ज़रिए हमारी यही कोशिश रहती है कि हम इन औरतों में इतना ज़्यादा जोश भर दें कि वो जो भी सपना देखें वो दिल से माने कि वो उसे पूरा कर सकते हैं और उसे पूरा करने में हम उनका साथ देते हैं।
सोनालिका स्पोर्ट्स एकेडमी में हम बच्चों को स्पोर्ट्स अलग अलग तरह के खेलों में जैसे कि शूटिंग, फुटबॉल, एथलेटिक्स, जूडो जैसे खेलों में उनको सपोर्ट करते हैं। हमारा ये मानना है कि एक होलिस्टिक डेवलपमेंट के लिए स्पोर्ट्स बहुत आवश्यक है और इनमें से कई बच्चे आज नेशनल और इंटरनेशनल लेवल पे भी खेलते हैं। हमारा एक और सपना है कि हम एक स्वच्छ और सुंदर भारत भी देखना चाहते हैं और हमारे क्लीन एंड ग्रीन इनिशिएटिव्स के अंडर, चाहे वो क्रॉप रेसिड्यू मैनेजमेंट हो, कंपोस्ट मशीन्स हो या प्लांटेशन ड्राइव्स हो, इनके ज़रिए हम अपने इस सपने को भी साकार करना चाहते हैं। CSR ਦੇ ਅੰਡਰ ਇੱਕ ਨਈ ਮੁਹਿੰਮ ਸ਼ੁਰੂ ਕੀਤੀ ਗਈ, अब हवा बदलेगी। ये अब हवा बदलेगी क्या है, कैसे है? देखिए, जैसे कि हम सब और जानते हैं कि आजकल बहुत खासकर के सर्दियों के मौसम में और दिल्ली में आजकल बहुत प्रदूषण की समस्या हो गई है। बच्चों से लेके बड़े बुज़ुर्गों को सांस लेने में दिक्कत होती है। अब हवा बदलेगी एक पहल है हमारी तरफ से साफ़ हवा के वातावरण में रहने की। इस कैंपेन के ज़रिए हम चाहते हैं कि हम ज़्यादा से ज़्यादा किसान भाइयों को इस प्रदूषण की समस्या के बारे में एजुकेट करें और सल्यूशन के तौर पे उनको क्रॉप रेसिड्यू मैनेजमेंट के तरीक़ों के बारे में भी समझाएं। हम चाहते हैं कि आप सब इस कैंपेन में जुड़िए ताकि आप हमारा साथ दे सके इस बदलाव को लाने में। ਲੋਕ ਕਿਸ ਤਰ੍ਹਾਂ ਇਸ ਮੁਹਿੰਮ ਦੇ ਨਾਲ ਜੁੜ ਸਕਦੇ ਨੇ, ਕਿਸ ਤਰੀਕੇ ਜਿਹੜਾ ਹੈ ਆਪਣਾ ਯੋਗਦਾਨ ਲੋਕ ਇਸ ਮੁਹਿੰਮ ਦੇ ਵਿੱਚ ਪਾ ਸਕਦੇ ਨੇ? जी, बहुत सारे तरीके हैं कि हर व्यक्ति किसी न किसी तरह इस कैंपेन के साथ ज़रूर जुड़ सकता है। आप इस कॉज़ में डोनेट कर सकते हैं ताकि हम और भी जो गांव हैं उनको अडॉप्ट कर सकें। आप वॉलंटियर कर सकते हैं और हमारे साथ जुड़ सकते हैं। इसके अलावा आप प्रदूषण को रोकने के लिए शपथ ले सकते हैं और उसको सोशल मीडिया हैंडल्स पे शेयर कर सकते हैं ताकि ज़्यादा से ज़्यादा लोगों को इसके बारे में पता चले। और आप अपने घरों में भी एयर प्योरीफाइंग वाले प्लांट्स, पौधे लगाकर अपने आसपास के वातावरण को शुद्ध कर सकते हैं। ਅੱਜ ਦੇ ਸਮੇਂ ਸਭ ਤੋਂ ਵੱਡੀ ਸਮੱਸਿਆ ਪੋਲਿਊਸ਼ਨ ਬਣਿਆ ਹੋਇਆ, ਕ੍ਰੌਪ ਬਰਨਿੰਗ ਔਰ ਜਦੋਂ ਅੱਗ ਲਗਾ ਦਿੰਦੇ ਨੇ ਖੇਤਾਂ ਦੇ ਵਿੱਚ ਉਸ ਦੇ ਨਾਲ ਕਈ ਹੋਰ ਰੀਜ਼ਨਸ ਵੀ ਨੇ। ਉਸ ਨੂੰ ਕੰਟਰੋਲ ਕਰਨ ਦੇ ਲਈ CSR ਕਿਸ ਤਰੀਕੇ ਕੰਮ ਕਰ ਰਿਹਾ, सोनालिका CSR खास तौर पे? जी, मैं आपको बताना चाहूँगी कि जैसे पिछले साल ही हमने करनाल में 25 गाँव को अडॉप्ट किया था। यहाँ पर हमने बहुत सारे किसान भाइयों के साथ काम किया। इनको हमने प्रदूषण की जो समस्या है उसके बारे में एजुकेट किया सबसे पहले। उसके बाद हमने ये सब हमने NGOs के संगठन से किया। इसके बाद हमने उनको हैप्पी सीडर और SMS जैसे उपकरण भी दिए और साथ ही इन उपकरणों को चलाने का भी सिखाया, इसको कैसे यूज़ करते हैं। और मुझे बहुत खुशी है कि इन किसानों को बिल्कुल भी पराली जलाने की ज़रूरत नहीं पड़ी। उनकी हार्वेस्ट भी अच्छी रही और उन्होंने बहुत कम समय में ये काम कर दिखाया। इस साल भी हम और भी जो गांव हैं उनको भी अडॉप्ट कर रहे हैं अपने साथ। और हाल ही में हमने सोनालिका किसान बैठक भी रखी थी जिसमें मुझे बहुत खुशी है कि इस बैठक के अंत तक 200 से भी अधिक किसान भाइयों ने हमारे साथ शपथ ली कि वो पराली नहीं जलाएंगे और उन्होंने कहा कि वो औरों को भी जलाने से रोकेंगे। इसके अलावा अगर दिल्ली NCR की बात करते हैं तो यहाँ पर भी हमने UN के साथ एक अवेयरनेस मार्च ऑर्गेनाइज़ की थी जिसमें बहुत से स्कूलों के बच्चे आए थे। उन्होंने इसमें पार्टिसिपेट किया और हमने समस्या और सल्यूशन दोनों पे बहुत चर्चा की। और मेरा ये मानना है कि अगर हम सब मिलकर प्रदूषण को दूर करने की ठान लें तो वो दिन भी दूर नहीं कि जब दिल्ली की सर्दियों में भी हम बच्चों को बाहर खुली हवा में खेलते हुए देखेंगे। ਬਿਲਕੁਲ ਮੈਮ, ਇਸੇ ਲਈ ਤੁਸੀਂ ਇਨੀਸ਼ੀਏਟਿਵ ਲਿਆ ਜੋ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ, अब हवा बदलेगी। ਕਿੰਨੀ ਕੁ ਵੱਡੀ ਉਮੀਦ ਹੈ ਇਸ ਮੁਹਿੰਮ ਤੋਂ, अब हवा बदलेगी? जी, मुझे भरोसा है कि हम बहुत सारे लोग मिलकर ये बदलाव ज़रूर ला सकते हैं क्योंकि ये सिर्फ मेरे तेरे एक दोनों के लिए नहीं है, ये पूरे भारत की बेहतरी के लिए है। और मैं बस यही कहना चाहूँगी कि अब चलते हैं मिलकर, अब हवा को बदलते हैं।
ਬਹੁਤ ਬਹੁਤ ਧੰਨਵਾਦ ਮੈਮ। ਸੋ ਸੁਣਿਆ ਪੀਟੀਸੀ ਦੇ ਸਾਰੇ ਦਰਸ਼ਕਾਂ ਨੇ ਕਿਸ ਤਰੀਕੇ ਸੋਨਾਲੀਕਾ ਦੇ CSR ਡਾਇਰੈਕਟਰ ਸੁਰਵੀ ਮਿੱਤਲ ਜੀ ਨੇ ਇਨੀਸ਼ੀਏਟਿਵ ਲਿਆ ਹੈ। ਨਵੀਂ ਮੁਹਿੰਮ ਜੋ ਸ਼ੁਰੂ ਹੋਈ ਅਬ ਹਵਾ ਬਦਲੇਗੀ, ਬਿਲਕੁਲ ਯਕੀਨ ਹੈ ਕਿ ਅਬ ਹਵਾ ਜ਼ਰੂਰ ਬਦਲੇਗੀ, ਕਿਉਂਕਿ ਜਦੋਂ ਸਭ ਇਕੱਠੇ ਹੋਣਗੇ ਪੋਲਿਊਸ਼ਨ ਅਵੇਅਰਨੈਸ ਨੂੰ ਲੈ ਕੇ, ਪੋਲਿਊਸ਼ਨ ਖਤਮ ਕਰਨ ਨੂੰ ਲੈ ਕੇ, ਤਾਂ ਹਵਾ ਜਿਹੜੀ ਹੈ ਜ਼ਰੂਰ ਬਦਲੇਗੀ। ਕੈਮਰਾ ਪਰਸਨ ਰਾਮ ਬਹਾਦਰ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਦਿੱਲੀ। ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 2 ਜਿਸ ਦੇ ਪੇਸ਼ਕਰਤਾ ਨੇ ਸੋਨਾਲੀਕਾ ਸਿਕੰਦਰ ਅਤੇ ਐਸੋਸੀਏਟ ਸਪਾਂਸਰ ਨੇ ESS ਗਲੋਬਲ ਦੇ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ। ਮੁੜ ਹਾਜ਼ਰ ਹੋਵਾਂਗੇ, ਦਿਓ ਇਜਾਜ਼ਤ, ਰੱਬ ਰਾਖਾ।